ਦੋਸਤੋ ਉਮੀਦ ਹੈ ਤੁਹਾਡਾ ਪੈਸ ਦਾ ਜਿਹੜਾ ਟੈਸਟ ਹੈ ਇਸ ਵਾਰ ਉਹ ਵਧੀਆ ਗਿਆ ਹੋਵੇਗਾ। ਸੋ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਬਰੀਫਲੀ ਜਿਹੜੇ ਤੁਹਾਡੇ ਕੁਐਸਚਨ ਆਏ ਸੀ ਪੈਸ ਦੇ ਵਿੱਚ ਉਹ ਡਿਸਕਸ ਕਰਾਂਗੇ ਇਸ ਵੀਡੀਓ ਦੇ ਵਿੱਚ। ਸੋ ਕੁਐਸਚਨ ਨੰਬਰ 1 ਜਿਹੜਾ ਹੈ ਉਹ ਬੜਾ ਈਜ਼ੀ ਹੈ। 10 ਦੇ ਦੋ ਲਗਾਤਾਰ ਗੁਣਜਾਂ ਦਾ ਗੁਣਨਫਲ 1200 ਹੈ, 1200 ਹੈ। ਸੋ 10 ਦੇ ਦੋ ਲਗਾਤਾਰ ਗੁਣਜ, ਜੇਕਰ ਮੈਂ ਆਪਸ਼ਨ ਬੀ ਅਤੇ ਆਪਸ਼ਨ ਸੀ ਦੇਖਾਂ, ਆਪਸ਼ਨ ਬੀ 48,25 ਹੈ, ਆਪਸ਼ਨ ਸੀ 60 ਅਤੇ 20, ਇਹ 10 ਦੇ ਗੁਣਜ ਨਹੀਂ ਹੈਗੇ। ਦੂਜੀ ਆਪਸ਼ਨ ਨਹੀਂ ਹੋ ਸਕਦੀ 20, 60 ਲਗਾਤਾਰ ਨਹੀਂ ਹੈਗੇ, 10 ਦੇ ਪਹਾੜੇ 'ਚ ਨਹੀਂ ਆਉਂਦੇ ਇਹ। ਸੋ ਸਾਡੇ ਪਾਸ ਦੋ ਆਪਸ਼ਨਾਂ ਰਹਿ ਗਈਆਂ 20, 30, 30, 40। ਤਾਂ ਜੇ ਮੈਂ ਗੁਣਾ ਕਰਕੇ ਦੇਖਾਂ ਇਹਨਾਂ ਨੂੰ, ਲਗਾਤਾਰ ਗੁਣਨਫਲ ਚੈੱਕ ਕਰਨਾ ਮੈਂ। ਸੋ ਇਹਦਾ ਗੁਣਨਫਲ 600 ਆਉਂਦਾ ਹੈ ਅਤੇ ਇਹਦਾ ਗੁਣਨਫਲ ਸਾਡੇ ਪਾਸ 1200 ਹੈ। ਸੋ ਸਾਡੀ ਰਾਈਟ ਆਪਸ਼ਨ ਕੀ ਹੈ, ਬੜਾ ਈਜ਼ੀ ਹੈ, ਲਾਸਟ ਵਾਲੀ ਹੈ ਡੀ। ਕੁਐਸਚਨ ਨੰਬਰ 2 ਹੈ ਜਿਹੜਾ ਹੈ ਉਹ ਤੁਹਾਡਾ ਦੋ ਘਾਤੀ ਸਮੀਕਰਨ ਦੇ ਆਧਾਰਿਤ ਹੈ। ਸੋ ਇਹਦੇ ਵਿੱਚ ਸਾਨੂੰ ਪੁੱਛਿਆ ਗਿਆ ਡਿਸਕ੍ਰਿਮੀਨੈਂਟ। ਸੋ ਡਿਸਕ੍ਰਿਮੀਨੈਂਟ ਪਤਾ ਕਰਨ ਦੇ ਲਈ ਅਸੀਂ ਜੋ ਸਾਡਾ ਦੋ ਘਾਤੀ ਸਮੀਕਰਨ ਹੈ ਉਸਨੂੰ ਅਸੀਂ ਲਿਖਦੇ ਹਾਂ ਇਸ ਫਾਰਮ ਦੇ ਵਿੱਚ, ax ਸਕੇਅਰ ਪਲੱਸ bx ਪਲੱਸ c ਇਕੁਅਲ 0। ਸੋ ਜੋ x ਦਾ ਕੋਫੀਸ਼ੀਐਂਟ ਉਸਨੂੰ ਅਸੀਂ ਇਹ ਬੋਲਦੇ ਹਾਂ, ਇੱਥੇ ਸਾਡੇ ਪਾਸ x ਦਾ ਕੋਫੀਸ਼ੀਐਂਟ 1 ਹੈ। b ਦਾ ਜੋ ਸਾਡੇ ਪਾਸ x ਦਾ ਕੋਫੀਸ਼ੀਐਂਟ ਹੈ ਉਹ b ਹੈ ਸਾਡਾ। ਸੋ b ਸਾਡੇ ਪਾਸ ਕਿੰਨਾ ਆਇਆ 5। c ਲਾਸਟ ਟਰਮ ਜਿਹੜੀ ਸਾਡੇ ਪਾਸ ਕੌਂਸਟੈਂਟ ਪਾਰਟ ਹੈ ਉਹ ਸਾਡੇ ਪਾਸ ਕੀ ਆ ਗਿਆ ਹੈ c। ਸੋ d ਇਜ਼ ਇਕੁਅਲ ਟੂ b ਸਕੇਅਰ ਮਾਈਨਸ 4ac। ਸੋ b ਸਕੇਅਰ 5 ਸਕੇਅਰ ਮਾਈਨਸ 4ac, 4 ਇੰਟੂ 1 ਇੰਟੂ ਮਾਈਨਸ 6। ਸੋ ਇਹ ਜੋ ਸਾਡਾ ਨੈਗੇਟਿਵ ਸਾਈਨ ਹੈ ਇਸ ਨੂੰ ਪੋਜ਼ੀਟਿਵ ਕਰ ਦੇਗਾ ਇਸ ਸਾਈਨ ਨੂੰ। ਸੋ ਇਹ ਆ ਜਾਏਗਾ 5 ਸਕੇਅਰ ਇਜ਼ 25 ਪਲੱਸ 6 ਇੰਟੂ 4 ਇਜ਼ 24। ਸੋ ਸਾਡਾ ਆਨਸਰ ਆ ਗਿਆ 49। ਸੋ ਰਾਈਟ ਆਪਸ਼ਨ ਸਾਡੀ ਕੀ ਹੋਈ, ਡੀ 49। ਸੋ ਇਸ ਕੁਐਸਚਨ ਦਾ ਜੋ ਸਾਡਾ ਡਿਸਕ੍ਰਿਮੀਨੈਂਟ ਪੁੱਛਿਆ ਗਿਆ ਉਹ ਕੀ ਹੈ 49 ਹੈ। ਕੁਐਸਚਨ ਨੰਬਰ 3 ਸਾਡੇ ਪਾਸ ਦੋ ਚੱਲ ਵਾਲੇ ਦੋ ਸਮੀਕਰਨ ਨੇ, ਲੀਨੀਅਰ ਇਕੁਏਸ਼ਨ ਇਨ ਟੂ ਵੇਰੀਏਬਲਸ। ਸੋ x ਪਲੱਸ ਵਾਈ 16 ਹੋਣਾ ਚਾਹੀਦਾ, ਦੋ ਨੂੰ ਜੋੜ ਕੇ 16 ਆਉਣਾ ਚਾਹੀਦਾ। ਸੋ ਸਾਰੀਆਂ ਜਿਹੜੀਆਂ ਸਾਡੀਆਂ ਆਪਸ਼ਨਸ ਨੇ ਲਾਸਟ ਆਪਸ਼ਨ ਦੇ ਵਿੱਚ ਜੋੜ ਕੇ 15 ਆਉਂਦਾ ਹੈ ਤਾਂ ਸਾਡੀ ਆਪਸ਼ਨ ਨਹੀਂ ਹੈ। ਸੋ ਬਾਕੀ ਜਿਹੜੀਆਂ ਤਿੰਨ ਟਰਮਸ ਰਹਿ ਗਈਆਂ ਸਾਡੇ ਪਾਸ 6, 10, 4, 12, ਇਹ ਸਾਰਿਆਂ ਨੂੰ ਜੇ ਅਸੀਂ ਜੋੜੀਏ ਐਡ ਕਰੀਏ ਤਾਂ 16 ਬਣਦਾ ਹੈ। x ਮਾਈਨਸ ਵਾਈ 4 ਹੋਣਾ ਚਾਹੀਦਾ, ਸੋ ਭਾਵ x ਵੱਡਾ ਹੈ ਵਾਈ ਛੋਟਾ ਹੈ। ਸੋ ਸਾਡੇ ਪਾਸ x ਕੇਵਲ ਥਰਡ ਜੋ ਸਾਡੀ ਆਪਸ਼ਨ ਇਹਦੇ ਵਿੱਚ ਵੱਡਾ ਹੈ। 10 ਜਮ੍ਹਾਂ 6 16, 10 ਦੇ ਵਿੱਚੋਂ 6 ਘਟਾਈਏ ਅਸੀਂ ਤਾਂ ਸਾਡੇ ਪਾਸ ਕਿੰਨਾ ਬਣਦਾ ਹੈ 4। ਸੋ ਸਾਡੀ ਰਾਈਟ ਆਪਸ਼ਨ ਕੀ ਹੈ, ਆਪਸ਼ਨ ਸੀ। ਜੋ ਕੁਐਸਚਨ ਨੰਬਰ 4 ਹੈ ਸਾਡਾ ਉਹ ਵੀ ਦੋ ਚੱਲ ਵਾਲੇ ਰੇਖੀ ਸਮੀਕਰਨ ਦੇ ਆਧਾਰਿਤ ਹੈ ਅਤੇ ਸਾਨੂੰ ਪੁੱਛਿਆ ਗਿਆ ਕਿ ਇਸ ਦੇ ਕਿੰਨੇ ਹੱਲ ਹੋਣਗੇ। ਸੋ ਇਹ ਚੈੱਕ ਕਰਨ ਦੇ ਲਈ ਕਿ ਇਸ ਦੇ ਕਿੰਨੇ ਹੱਲ ਹੋਣਗੇ, ਅਸੀਂ ਐਕਸ ਵਾਈ ਅਤੇ ਜਿਹੜੀ ਲਾਸਟ ਕੌਂਸਟੈਂਟ ਟਰਮ ਹੈ ਇਹਨਾਂ ਦੇ ਤਿੰਨਾਂ ਦੇ ਕੋਫੀਸ਼ੀਐਂਟਸ ਗੁਣਾਂਕ ਦਾ ਜਿਹੜਾ ਹੈ ਅਸੀਂ ਅਨੁਪਾਤ ਪਤਾ ਕਰਦੇ ਹਾਂ। ਸੋ ਐਕਸ ਦੇ ਅੱਗੇ ਕੀ ਲੱਗਿਆ ਹੈ 1 ਅਤੇ ਇੱਥੇ ਐਕਸ ਦੇ ਅੱਗੇ ਕਿੰਨਾ ਹੈ 3। ਸੋ ਇਹ ਰੇਸ਼ੋ ਬਣ ਗਈ 1:3। ਸੈਕਿੰਡ ਵਾਈ ਦੇ ਵਿੱਚ -4 ਅਤੇ ਦੂਸਰੇ ਪਾਸੇ ਵਾਈ ਦੇ ਵਿੱਚ -12। ਸੋ ਮਾਈਨਸ ਕੈਂਸਲਸ ਆਊਟ, 4 1 ਇਜ਼ 4, 4 3 ਇਜ਼ 12। ਸੋ 1:3। ਲਾਸਟ ਸਾਡੇ ਪਾਸ ਕੀ ਹੈ -6 ਓਵਰ ਇੱਥੇ ਸਾਡੇ ਪਾਸ ਹੈ -18। ਅਗੇਨ ਨੈਗੇਟਿਵ ਸਾਈਨ ਜਿਹੜਾ ਕੈਂਸਲ ਆਊਟ ਹੋ ਜਾਏਗਾ। ਸੋ ਜਦੋਂ ਮੈਂ 6 ਨੂੰ ਕੈਂਸਲ ਆਊਟ ਕਰੂੰਗਾ 6 1 ਇਜ਼ 6, 6 3 ਇਜ਼ 18। ਜੋ ਸਾਰੀਆਂ ਰੇਸ਼ੋਜ਼ ਨੇ ਇਹ ਆ ਗਈਆਂ ਸਾਡੇ ਪਾਸ 1:3, 1:3 ਐਂਡ 1:3। ਸੋ ਇਹ ਤਿੰਨੋਂ ਕੀ ਨੇ, ਬਰਾਬਰ ਨੇ। ਸੋ ਇਹ ਜਿਹੜੀ ਕੰਡੀਸ਼ਨ ਹੈ ਉਹ ਹੈ ਸਾਡੇ ਪਾਸ ਇਨਫਿਨਾਈਟਲੀ ਮੈਨੀ ਸੋਲਿਊਸ਼ਨ, ਅਨੇਕ ਹੱਲ ਦੇ ਲਈ ਹੈ। ਸੋ ਸਾਡੀ ਰਾਈਟ ਆਪਸ਼ਨ ਕੀ ਹੈ, ਸੀ। ਇਸੇ ਤਰ੍ਹਾਂ ਕੁਐਸਚਨ ਨੰਬਰ 5 ਕਰਦੇ ਹਾਂ ਆਪਾਂ। ਕੁਐਸਚਨ ਨੰਬਰ 5 ਜੋ ਹੈ ਉਹ ਸਾਡਾ ਮੀਨ ਦੇ ਬੇਸਡ ਹੈ, ਭਾਵ ਮੱਧਮਾਨ। ਸੋ ਮੱਧਮਾਨ ਪਤਾ ਕਰਨ ਦੇ ਲਈ ਅਸੀਂ ਸਾਰੀਆਂ ਜੋ ਅਬਜ਼ਰਵੇਸ਼ਨ ਨੇ ਜੋ ਸਾਨੂੰ ਡਾਟਾ ਦਿੱਤਾ ਹੈ ਉਸ ਦਾ ਅਸੀਂ ਜੋੜ ਕਰਦੇ ਹਾਂ। ਸੋ ਸਾਡੇ ਪਾਸ ਇੱਥੇ 1 2 3 4 5 6 7। ਸੋ ਸਾਡੇ ਪਾਸ 7 ਅੰਕੜੇ ਨੇ। ਸੋ ਅਸੀਂ 7 ਦੇ ਨਾਲ ਭਾਗ ਦਿਆਂਗੇ ਇਹਨਾਂ ਦੇ ਸਾਰਿਆਂ ਦੇ ਜੋੜ ਨੂੰ। ਸੋ ਪਹਿਲਾਂ ਮੈਂ ਕੌਂਸਟੈਂਟ ਟਰਮਸ ਐਡ ਕਰ ਲੈਂਦਾ, 12 ਅਤੇ 14 26 ਅਤੇ 16 42 ਅਤੇ 18
60 80 102 126। ਸੋ ਜਿਹੜੀਆਂ ਕੌਂਸਟੈਂਟ ਟਰਮਸ ਇਹਨਾਂ ਦਾ ਜੋੜ ਬਣਦਾ 126। ਇਸ ਤੋਂ ਬਾਅਦ ਆਪਾਂ ਐਕਸ ਜੋੜਦੇ ਹਾਂ। ਐਕਸ 2x 3x 3 ਅਤੇ 1 4x 4x ਸਾਡੇ ਪਾਸ ਪਲੱਸ ਦੇ ਨੇ। ਇਸੇ ਤਰ੍ਹਾਂ 3 ਅਤੇ ਮਾਈਨਸ ਇਹ ਸਾਡੇ ਪਾਸ ਮਾਈਨਸ ਵਾਲੇ 4x ਨੇ। ਸੋ 4x ਤਾਂ ਕੱਟ ਗਏ, ਰਹਿ ਸਾਡੇ ਪਾਸ ਕੀ ਜੇ ਹੈ 126 ਡਿਵਾਈਡਡ ਬਾਈ 7। ਜਦੋਂ ਅਸੀਂ ਇਸਨੂੰ ਕੈਂਸਲ ਆਊਟ ਕਰਾਂਗੇ ਤਾਂ ਸਾਡਾ ਆਨਸਰ ਆਏਗਾ 18। 18 7 126। ਸੋ ਸਾਡੀ ਜਿਹੜੀ ਮੀਨ ਹੈ ਮੱਧਮਨ ਹੈ ਉਹ ਕਿੰਨੀ ਹੈ 18। ਸੋ ਸਾਡੀ ਰਾਈਟ ਆਪਸ਼ਨ ਕੀ ਹੈ ਆਪਸ਼ਨ ਬੀ। ਸੋ ਇਸੇ ਤਰ੍ਹਾਂ ਕੁਐਸਚਨ ਨੰਬਰ 6 ਜਿਹੜਾ ਇਹ ਤੁਹਾਡਾ ਲਾਸਟ ਟੈਸਟ ਦੇ ਵਿੱਚ ਵੀ ਆਇਆ ਸੀ, ਮੱਧਿਕਾ ਮੱਧਮਾਨ ਅਤੇ ਬਹੁਲਕ ਇਹਨਾਂ ਤਿੰਨਾਂ ਦੇ ਵਿੱਚ ਕੀ ਰਿਲੇਸ਼ਨ ਹੈ। ਸੋ ਸਾਨੂੰ ਪਤਾ ਹੈ ਕਿ ਜੋ ਮੋਡ ਹੁੰਦੀ ਹੈ ਜੋ ਬਹੁਲਕ ਹੈ ਉਹ ਕਿਸ ਦੇ ਬਰਾਬਰ ਹੈ, ਦੈਟ ਇਜ਼ 3 ਮੀਡੀਅਨ ਮਾਈਨਸ 2 ਮੀਨ। ਜਿਹੜੇ ਲਾਸਟ ਟੈਸਟ ਸੀ ਉਹਨਾਂ ਦੇ ਵਿੱਚ ਐਸ ਸੱਚ ਇਹ ਫਾਰਮੂਲਾ ਆਇਆ ਹੋਇਆ ਸੀ, ਬਟ ਇਸ ਵਾਰ ਉਹਨਾਂ ਨੇ ਮੀਡੀਅਨ ਦੇ ਲਈ ਏ ਯੂਜ਼ ਕੀਤੀ ਹੈ ਅਤੇ ਮੀਨ ਦੇ ਲਈ ਬੀ। ਸੋ ਅਸੀਂ ਇਸ ਦੇ ਵਿੱਚ ਮੀਡੀਅਨ ਦੀ ਜਗ੍ਹਾ 'ਤੇ 3b ਯੂਜ਼ ਕਰਨਾ ਹੈ ਅਤੇ ਮੀਨ ਦੀ ਜਗ੍ਹਾ 'ਤੇ ਮੀਡੀਅਨ ਦੇ ਲਈ ਅਸੀਂ ਏ ਯੂਜ਼ ਕਰਨਾ ਹੈ ਅਤੇ ਮੀਨ ਦੇ ਲਈ ਅਸੀਂ ਬੀ ਯੂਜ਼ ਕਰਨਾ ਹੈ। ਸੋ 3a ਮਾਈਨਸ 2b। ਸੋ ਜੋ ਸਾਡਾ ਰਾਈਟ ਆਨਸਰ ਹੈ 3a ਮਾਈਨਸ 2b, ਸੀ ਆਪਸ਼ਨ। ਸੋ ਕੁਐਸਚਨ ਨੰਬਰ 7 ਜਿਹੜਾ ਹੈ ਉਹ ਸਾਡੇ ਸਮਰੂਪ ਤ੍ਰਿਭੁਜਾਂ ਦੇ ਬੇਸਡ ਹੈ। ਕੁਐਸਚਨ ਨੰਬਰ 7 ਦੇ ਵਿੱਚ ਸਾਨੂੰ ਤ੍ਰਿਭੁਜਾਂ ਦਾ ਖੇਤਰਫਲ ਦਿੱਤਾ ਗਿਆ ਹੈ। ਇਹ ਤੁਹਾਡੀ ਥਿਊਰਮ ਹੈ 3rd। ਦੋ ਸਮਰੂਪ ਤ੍ਰਿਭੁਜਾਂ ਦੇ ਖੇਤਰਫਲਾਂ ਦਾ ਜਿਹੜਾ ਅਨੁਪਾਤ ਹੁੰਦਾ ਹੈ ਉਹਨਾਂ ਦੀਆਂ ਸੰਗਤ ਭੁਜਾਵਾਂ ਦੇ ਵਰਗਾਂ ਦੇ ਅਨੁਪਾਤ ਦੇ ਬਰਾਬਰ ਹੁੰਦਾ ਹੈ। ਸੋ ਅਸੀਂ ਉਸ ਦੀਆਂ ਸੰਗਤ ਭੁਜਾਵਾਂ ਦਾ ਅਨੁਪਾਤ ਪਤਾ ਕਰਨਾ ਹੈ। ਸੋ ਸਾਡੇ ਪਾਸ ਏਰੀਏ ਦੀ ਜਿਹੜੀ ਰੇਸ਼ੋ ਦਿੱਤੀ ਹੈ 16:121। ਸੋ ਜੋ 16 ਹੈ ਉਹ ਜਿਹੜਾ ਏਰੀਆ ਹੈ ਸਾਡੇ ਪਾਸ ਉਹ ਸਾਈਡ ਦੇ ਸਕੇਅਰ ਦੀ ਰੇਸ਼ੋ ਦੇ ਬਰਾਬਰ ਹੈ। ਸੋ ਇਹ ਸਾਡਾ ਕੀ ਹੋ ਗਿਆ 4 ਸਕੇਅਰ ਅਤੇ ਨੀਚੇ ਸਾਡੇ ਪਾਸ ਕੀ ਹੋ ਗਿਆ 11 ਸਕੇਅਰ। ਸੋ ਜੋ ਸਾਡੀਆਂ ਸਾਈਡਸ ਹੋਣਗੀਆਂ ਉਹ ਹੋਣਗੀਆਂ 4:11, ਕਿਉਂਕਿ ਜੋ ਸਾਡੀ ਥਿਊਰਮ ਹੈ ਉਸ ਦੇ ਵਿੱਚ ਸਾਡੇ ਪਾਸ ਕੀ ਆਉਂਦਾ ਹੈ ਕਿ ਜੋ ਏਰੀਆ ਹੈ ਦੈਟ ਇਜ਼ ਏਰੀਏ ਦੀ ਜਿਹੜੀ ਰੇਸ਼ੋ ਹੈ A1/A2 ਹੈ, ਦੈਟ ਇਜ਼ ਉਹ ਸਾਈਡ ਸਕੇਅਰ ਉਹਨਾਂ ਦੀ ਸਕੇਅਰ ਦੇ ਰੇਸ਼ੋ ਦੇ ਬਰਾਬਰ ਹੁੰਦੀ ਹੈ। ਸੋ ਜਦੋਂ ਮੈਂ ਏਰੀਏ ਦਾ ਸਕੇਅਰ ਇਹਦੇ ਨਾਲ ਕੈਂਸਲ ਆਊਟ ਕਰਾਂਗਾ, ਸਾਈਡ ਦੀ ਜਿਹੜੀ ਰੇਸ਼ੋ ਆਏਗੀ ਸਾਡੇ ਪਾਸ ਉਹ ਆਏਗੀ 4:11। ਅਕਸਰ ਬੱਚੇ ਇਸ ਦਾ ਸਕੇਅਰ 16 ਦਾ ਸਕੇਅਰ ਫਾਈਂਡ ਕਰਨ ਦੇ ਵਿੱਚ ਗਲਤੀ ਕਰਦੇ ਨੇ, ਅਕਸਰ 8:11 ਲਿਖ ਦਿੰਦੇ ਨੇ। ਸੋ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ 4 ਸਕੇਅਰ ਇਜ਼ 16 ਨਾਟ 8 ਸਕੇਅਰ ਇਜ਼ 16। ਕੁਐਸਚਨ ਨੰਬਰ 11 ਜਿਹੜਾ ਛੋਟਾ ਜਿਹਾ ਟ੍ਰਿਕੀ ਕੁਐਸਚਨ ਹੈ ਥੋੜ੍ਹਾ ਜਿਹਾ ਇਹ। ਪਹਿਲੀਆਂ 11 ਪ੍ਰਕਿਰਤਿਕ ਸੰਖਿਆਵਾਂ ਦੀ ਮੱਧਿਕਾ। ਪਹਿਲੀਆਂ 11 ਸੰਖਿਆਵਾਂ ਅਕਸਰ ਸਟੂਡੈਂਟ 11 ਨੂੰ 2 ਨਾਲ ਭਾਗ ਕਰਕੇ 5.5 ਆਨਸਰ ਫਾਈਂਡ ਕਰ ਦਿੰਦੇ ਨੇ, ਜੋ ਕਿ ਗਲਤ ਹੈ। ਸੋ ਅਸੀਂ ਮੱਧਿਕਾ ਪਤਾ ਕਰਨੀ ਹੈ। ਸੋ ਸਾਡੇ ਪਾਸ 11 ਪਹਿਲੀਆਂ 11 ਪ੍ਰਕਿਰਤਿਕ ਸੰਖਿਆਵਾਂ 1 ਤੋਂ ਲੈ ਕੇ 11 ਤੱਕ 10 11। ਸੋ ਅਸੀਂ ਬਿਲਕੁਲ ਮਿਡਲ ਟਰਮ ਫਾਈਂਡ ਕਰਨੀ ਹੈ, ਮੱਧਿਕਾ ਫਾਈਂਡ ਕਰਨੀ ਹੈ। ਸੋ ਬਿਲਕੁਲ ਮਿਡਲ ਟਰਮ ਸਾਡੇ ਪਾਸ ਕੀ ਹੈ 6। ਸੋ ਸਾਡੀ ਰਾਈਟ ਆਪਸ਼ਨ ਕੀ ਹੈ 6 ਹੈ। ਜੋ ਸਟੈਂਡਰਡ ਪ੍ਰੋਸੀਜਰ ਹੈ ਮੱਧਿਕਾ ਨੂੰ ਪਤਾ ਕਰਨ ਦਾ, ਅਸੀਂ ਪਹਿਲਾਂ ਜੋ ਸਾਡਾ ਡਾਟਾ ਹੈ ਉਸਨੂੰ ਅਸੀਂ ਵੱਧਦੇ ਜਾਂ ਘੱਟਦੇ ਕ੍ਰਮ 'ਚ ਲਿਖਦੇ ਹਾਂ। ਸੋ ਇਹ ਪਹਿਲਾਂ ਹੀ ਵੱਧਦੇ ਕ੍ਰਮ ਦੇ ਵਿੱਚ ਹੈ 1 ਤੋਂ ਲੈ ਕੇ 11 ਤੱਕ। ਸੋ ਨੰਬਰ ਆਫ ਟਰਮਸ ਕੀ ਨੇ ਸਾਡੇ ਪਾਸ ਔਡ ਨੇ, ਟਾਂਕ ਨੇ, ਤਾਂ ਉਹਦੇ ਵਾਸਤੇ ਜੋ ਸਾਡਾ ਫਾਰਮੂਲਾ ਹੈ ਮੀਡੀਅਨ ਦਾ ਮੱਧਿਕਾ ਦਾ ਉਹ ਹੈ ਸਾਡੇ ਪਾਸ n+1/2th ਟਰਮ। ਸੋ ਸਾਡੇ ਪਾਸ ਨੰਬਰ ਆਫ ਟਰਮਸ ਕਿੰਨੀਆਂ ਨੇ 11। ਸੋ 11 ਅਤੇ 1 12, ਤਾਂ 12 ਦਾ ਅੱਧ ਕੀ ਹੋਇਆ 6th ਟਰਮ। ਤਾਂ 6th ਟਰਮ ਸਾਡੇ ਪਾਸ ਕਿਹੜੀ ਹੈ 1 2 3 4 5 6। ਇਹ ਦੋਨੋਂ ਸਾਈਡ 'ਤੇ ਸਾਡੇ ਪਾਸ ਕੀ ਹੈ 6ਵੇਂ ਨੰਬਰ 'ਤੇ ਆਉਂਦੀ ਹੈ, ਚਾਹੇ ਅਸੀਂ ਇਸ ਸਾਈਡ ਤੋਂ ਕਾਊਂਟ ਕਰੀਏ ਚਾਹੇ ਅਸੀਂ ਇਸ ਸਾਈਡ ਤੋਂ ਕਾਊਂਟ ਕਰੀਏ। ਕੁਐਸਚਨ ਨੰਬਰ 9 ਦੇ ਵਿੱਚ ਸਾਨੂੰ ਦਿੱਤੀ ਗਈ ਸਮੀਕਰਨ ਬਾਰੇ ਪੁੱਛਿਆ ਗਿਆ ਹੈ ਕਿ ਦਿੱਤੀ ਗਈ ਜਿਹੜੀ ਸਮੀਕਰਨ ਹੈ ਇਹ ਰੇਖੀ ਹੈ, 2 ਘਾਤੀ ਹੈ, 3 ਘਾਤੀ ਹੈ ਜਾਂ 4 ਘਾਤੀ ਹੈ। ਸੋ 4 ਘਾਤੀ ਦੀ ਤਾਂ ਪੋਸੀਬਿਲਿਟੀ ਨਹੀਂ ਹੈ ਕਿਉਂਕਿ ਇਹਦੇ ਵਿੱਚ ਕਿਤੇ ਵੀ 4 ਘਾਤ ਨਹੀਂ ਹੈ। ਸੋ ਰਹੇਗੀ ਸਾਡੇ ਪਾਸ ਆਪਸ਼ਨ ਪਹਿਲੀਆਂ 3।
ਸੋ ਜਦੋਂ ਮੈਂ ਲੈਫਟ ਸਾਈਡ ਦਾ ਜੋ ਫਾਰਮੂਲਾ ਹੈ a ਮਾਈਨਸ b ਹੋਲ ਕਿਊਬ ਇਸ ਨੂੰ ਐਕਸਪੈਂਡ ਕਰਾਂਗਾ ਦੈਟ ਇਜ਼ a ਕਿਊਬ ਮਾਈਨਸ 3a ਸਕੇਅਰ b plus 3ab square, that is 1, and last is minus b cube is equal to x cube plus 5x plus minus 3. सो x क्यूब ਜਿਹੜਾ ਸਾਡੇ ਪਾਸ ਇਸ ਸਾਈਡ ਵੀ ਹੈ ਤੇ x क्यूब ਸਾਡੇ ਪਾਸ ਇਸ ਸਾਈਡ ਵੀ ਹੈ, ਦੋਨੋਂ ਕੈਂਸਲ ਆਊਟ ਹੋ ਜਾਣਗੇ। ਸੋ ਸਾਡੇ ਪਾਸ ਜਿਹੜੀਆਂ ਬਾਕੀ ਪਾਵਰਸ ਬਚ ਗਈਆਂ ਨੇ, ਇੱਥੇ ਸਾਡੇ ਪਾਸ x ਦੀ ਪਾਵਰ ਕਿੰਨੀ ਹੈ 2 ਹੈ, ਇੱਥੇ ਸਾਡੇ ਪਾਸ x ਦੀ ਪਾਵਰ 1 ਹੈ, ਇੱਥੇ ਵੀ ਸਾਡੇ ਪਾਸ x ਦੀ ਪਾਵਰ 1 ਹੈ। ਸੋ ਸਭ ਤੋਂ ਵੱਡੀ ਪਾਵਰ ਕਿੰਨੀ ਹੈ ਸਾਡੇ ਪਾਸ 2, ਇਹ ਕਿਸੇ ਨਾਲ ਵੀ ਕੈਂਸਲ ਆਊਟ ਨਹੀਂ ਹੋਏਗੀ। ਸੋ ਸਾਡਾ ਜਿਹੜਾ ਸਮੀਕਰਨ ਹੈ ਉਹ ਕੀ ਹੋਏਗਾ 2 ਘਾਤੀ ਸਮੀਕਰਨ। ਕੁਐਸਚਨ ਨੰਬਰ 10 ਇਹ ਤੁਹਾਡੀ ਜੋ ਕੰਸਟਰਕਸ਼ਨ ਹੈ ਉਸ ਦੇ ਵਿੱਚ ਇਹ ਵਾਲਾ ਕੁਐਸਚਨ ਹੈ। ਇੱਕ ਚੱਕਰ ਦੀਆਂ ਦੋ ਸਪਰਸ਼ ਰੇਖਾਵਾਂ ਆਪਸ ਵਿੱਚ 60 ਡਿਗਰੀ ਦਾ ਕੋਣ ਬਣਾਉਂਦੀਆਂ ਨੇ। ਚੱਕਰ ਦੇ ਜਿਹੜੇ ਦੋ ਅਰਧ ਵਿਆਸਾਂ ਦੇ ਅੰਤ ਬਿੰਦੂ 'ਤੇ ਸਪਰਸ਼ ਰੇਖਾਵਾਂ ਖਿੱਚੀਆਂ ਹਨ ਉਹਨਾਂ ਦਾ ਇੱਕ ਦੂਸਰੇ ਵਿੱਚ ਕਿੰਨੇ ਡਿਗਰੀ ਦਾ ਕੋਣ ਹੋਵੇਗਾ ਜਾਂ ਕਿੰਨੇ ਡਿਗਰੀ ਦਾ ਕੋਣ ਬਣਾਉਣਗੇ। ਸੋ ਸਾਡੇ ਪਾਸ ਇੱਦਾਂ ਦੀ ਇੱਕ ਸਕੈਚ ਬਣ ਕੇ ਆ ਜਾਂਦਾ ਹੈ। ਬਾਹਰੀ ਬਿੰਦੂ ਹੈ ਸਾਡੇ ਪਾਸ, ਇੱਥੋਂ ਅਸੀਂ ਦੋ ਸਪਰਸ਼ ਰੇਖਾਵਾਂ ਬਣਾਈਆਂ ਨੇ ਅਤੇ ਸਪਰਸ਼ ਬਿੰਦੂ ਦੇ ਨਾਲ ਅਸੀਂ ਇਹਨਾਂ ਨੂੰ ਮਿਲਾਇਆ ਹੈ ਤਾਂ ਆਪਸ ਦੇ ਵਿੱਚ 60 ਡਿਗਰੀ 'ਤੇ ਝੁਕੀਆਂ ਨੇ, ਤਾਂ ਇੱਥੇ ਇਹਨਾਂ ਦਾ ਜਿਹੜਾ ਕੋਣ ਹੋਏਗਾ ਉਹ ਕਿੰਨਾ ਹੋਏਗਾ। ਸੋ ਇਹ ਤੁਹਾਡੀ ਐਕਸਰਸਾਈਜ਼ ਜਿਹੜੀ ਹੈ 11.2 ਦੇ ਵਿੱਚ ਵੀ ਕੁਐਸਚਨ ਹੈ। ਸੋ ਉਹਦੇ ਵਿੱਚ 60 ਡਿਗਰੀ ਦਿੱਤਾ ਹੁੰਦਾ ਹੈ, ਬਟ ਅਸੀਂ ਇੱਥੇ 120 ਡਿਗਰੀ ਦੇ ਕੋਣ ਦੀ ਰਚਨਾ ਕਰਦੇ ਹਾਂ। ਇਸ ਦਾ ਰੀਜ਼ਨ ਕੀ ਹੈ ਕਿ ਇਹ ਸਾਡੇ ਪਾਸ ਜੋ ਹੈ ਸਪੋਜ਼ ਏ ਬੀ ਓ ਡੀ ਇਹ ਸਾਡੇ ਪਾਸ ਇੱਕ ਕੁਆਡਰੀਲੇਟਰਲ ਬਣਦੀ ਹੈ। ਇਸ ਦੇ ਚਾਰੇ ਕੋਣਾਂ ਦਾ ਜੋੜ ਕਿੰਨਾ ਹੋਣਾ ਚਾਹੀਦਾ 360। ਸੋ ਜੋ ਅਰਧ ਵਿਆਸ ਹੁੰਦੇ ਨੇ ਉਹ ਹਮੇਸ਼ਾ ਸਪਰਸ਼ ਰੇਖਾ ਦੇ ਨਾਲ 90 ਡਿਗਰੀ ਦਾ ਕੋਣ ਜਿਹੜਾ ਇਹ ਬਣਾਉਂਦੇ ਨੇ। ਸੋ ਸਾਨੂੰ ਤਿੰਨ ਕੋਣ ਪਤਾ ਨੇ 90 90 60। ਸੋ ਇਹਨਾਂ ਦਾ ਜਿਹੜਾ ਸਮ ਹੋਏਗਾ ਦੈਟ ਇਜ਼ 240। ਅਤੇ ਕੁਆਡਰੀਲੇਟਰਲ ਜਿਹੜੀ ਸਾਡੇ ਪਾਸ ਚਤੁਰਭੁਜ ਜਿਹੜੀ ਉਹਦੇ ਚਾਰੇ ਕੋਣਾਂ ਦਾ ਜੋੜ ਕਿੰਨਾ ਹੋਣਾ ਚਾਹੀਦਾ 360। ਸੋ ਜਦੋਂ ਮੈਂ 360 ਦੇ ਵਿੱਚੋਂ 240 ਮਾਈਨਸ ਕਰਾਂਗਾ ਤਾਂ ਸਾਡੇ ਪਾਸ ਚੌਥਾ ਜਿਹੜਾ ਕੋਣ ਆਏਗਾ ਉਹ ਕਿੰਨੇ ਡਿਗਰੀ ਦਾ ਆਏਗਾ 120 ਦਾ। ਸੋ ਸਾਡੀ ਰਾਈਟ ਆਪਸ਼ਨ ਕੀ ਹੈ ਲਾਸਟ ਵਾਲੀ ਆਪਸ਼ਨ ਡੀ। ਕੁਐਸਚਨ ਨੰਬਰ 11 ਜੋ ਹੈ ਇਹ ਵੀ ਸਾਡਾ ਕੰਸਟਰਕਸ਼ਨ ਦੇ ਬੇਸਡ ਹੈ। ਸੋ ਇਸ ਦੇ ਵਿੱਚ ਸਾਨੂੰ ਸਿਰਫ ਕੇਵਲ ਪੁੱਛਿਆ ਗਿਆ ਹੈ ਕਿ ਜੋ ਸੀ ਪੁਆਇੰਟ ਹੈ ਉਹ ਜਿਹੜਾ ਹੈ ਏ ਸੀ ਓਵਰ ਬੀ ਸੀ ਜਾਂ ਸੀ ਪੁਆਇੰਟ ਜਿਹੜਾ ਹੈ ਏ ਬੀ ਨੂੰ ਕਿਸ ਰੇਸ਼ੋ ਦੇ ਵਿੱਚ ਵੰਡਦਾ ਹੈ। ਸੋ ਏ ਸੀ ਓਵਰ ਸੀ ਬੀ ਪਤਾ ਕਰਨਾ ਹੈ ਅਸੀਂ ਏ ਸੀ। ਸੋ ਇੱਥੇ ਤੱਕ ਸਾਡੇ ਪਾਸ ਕਿੰਨੇ ਪਾਰਟ ਨੇ 3 ਓਵਰ ਸੀ ਬੀ ਦੇ ਸਾਹਮਣੇ ਸਾਡੇ ਪਾਸ ਕਿੰਨੇ ਪਾਰਟ ਨੇ 2। ਅਸੀਂ ਨੰਬਰ ਆਫ ਪਾਰਟਸ ਦੇਖਣੇ ਨੇ। ਸੋ ਇਹਦਾ ਆਨਸਰ ਆਏਗਾ 3:2। ਅਕਸਰ ਬੱਚੇ 3:5 ਦੇ ਵਿੱਚ ਕਨਫਿਊਜ਼ ਹੋ ਜਾਂਦੇ ਨੇ, ਬਟ ਰਾਈਟ ਆਪਸ਼ਨ ਕੀ ਹੈ 3:2। ਕੁਐਸਚਨ ਨੰਬਰ 12 ਕਾਫੀ ਆਸਾਨ ਹੈ। ਇਸ ਦੇ ਵਿੱਚ ਸਾਨੂੰ ਨੰਬਰ ਆਫ ਜ਼ੀਰੋਜ਼ ਸਿਫਰਾਂ ਦੀ ਗਿਣਤੀ ਪੁੱਛੀ ਗਈ ਹੈ। ਸੋ ਸਿਫਰਾਂ ਦੀ ਗਿਣਤੀ ਜਦੋਂ ਵੀ ਸਾਡਾ ਜਿਹੜਾ ਗ੍ਰਾਫ ਹੈ ਉਹ ਐਕਸ ਧੁਰੇ ਨੂੰ ਕੱਟਦਾ ਹੈ 1 2 3। ਸੋ ਜੋ ਸਾਡਾ ਗ੍ਰਾਫ ਹੈ ਉਹ ਐਕਸ ਧੁਰੇ ਨੂੰ 3 ਜਗ੍ਹਾ 'ਤੇ ਕੱਟਦਾ ਹੈ। ਸੋ ਨੰਬਰ ਆਫ ਜ਼ੀਰੋ ਸਾਡੀ ਕੀ ਆਏਗਾ 3। ਸੋ ਸਾਡੀ ਰਾਈਟ ਆਪਸ਼ਨ ਕੀ ਹੋਏਗੀ ਸੀ। ਕੁਐਸਚਨ ਨੰਬਰ 13 ਇਸ ਦੇ ਵਿੱਚ ਸਾਨੂੰ ਇੱਕ ਦੋ ਘਾਤੀ ਬਹੁਪਦ ਬਣਾਉਣ ਲਈ ਕਿਹਾ ਗਿਆ ਜਿਸ ਦੇ ਵਿੱਚ ਸਿਫਰਾਂ ਦਾ ਜੋੜ -4 ਅਤੇ ਗੁਣਨਫਲ 8 ਹੈ। ਸੋ ਜਦੋਂ ਵੀ ਅਸੀਂ ਦੋ ਘਾਤੀ ਬਹੁਪਦ ਦੀ ਰਚਨਾ ਕਰਦੇ ਹਾਂ ਤਾਂ ਅਸੀਂ ਉਹਦਾ ਇੱਕ ਸਟੈਂਡਰਡ ਪ੍ਰੋਸੈਸ ਹੈ ਦੈਟ ਇਜ਼ x² ਮਾਈਨਸ SX ਪਲੱਸ P। ਅਸੀਂ ਇੱਥੇ S ਤੋਂ ਭਾਵ ਹੈ ਸਮ ਜੋੜ, P ਤੋਂ ਭਾਵ ਹੈ ਪ੍ਰੋਡਕਟ ਗੁਣਨਫਲ। ਸੋ ਸਾਡੇ ਪਾਸ ਜੋੜ -4 ਹੈ ਤਾਂ ਸਾਡਾ ਬਣ ਜਾਏਗਾ x²। ਇੱਥੇ ਜਦੋਂ ਅਸੀਂ -4 ਫਿਲ ਕਰਾਂਗੇ ਤਾਂ +4 ਬਣ ਜਾਏਗਾ ਇਹ। ਪ੍ਰੋਡਕਟ ਕਿੰਨਾ ਹੈ 8, ਸੋ +8। ਸੋ ਸਾਡੀ ਰਾਈਟ ਜੋ ਆਪਸ਼ਨ ਆਏਗੀ x² + 4x + 8। ਬਟ ਇੱਥੇ ਜੋ ਸਾਡਾ ਵੇਰੀਏਬਲ ਲਿਆ ਉਹਨਾਂ ਨੇ y ਲਿਆ ਹੈ। ਸੋ x ਦੀ ਜਗ੍ਹਾ 'ਤੇ y ਲੈ ਸਕਦੇ ਹਾਂ ਆਪਾਂ y² + 4y + 8। ਸੋ ਸਾਡੀ ਜਿਹੜੀ ਰਾਈਟ ਆਪਸ਼ਨ ਹੈ ਉਹ ਕੀ ਹੈ ਆਪਸ਼ਨ 2 ਆਪਸ਼ਨ B y² + 4y + 8। ਜੇਕਰ ਇੱਥੇ ਅਸੀਂ ਚੈੱਕ ਕਰੀਏ ਤਾਂ ਇਹ ਸਾਡੀ ਰਾਈਟ ਆਪਸ਼ਨ ਹੈ y² + 4y + 8। ਕੁਐਸਚਨ ਨੰਬਰ 14 ਵੱਲ ਚੱਲਦੇ ਹਾਂ।
ਸੋ ਕੁਐਸਚਨ ਕੀ ਹੈ ਸਾਡੇ ਪਾਸ, ਇਹ ਤੁਹਾਡੀ ਜਨਰਲ ਨੌਲੇਜ ਨੂੰ ਟੈਸਟ ਕਰਨ ਵਾਲਾ ਹੈ। ਜੇਕਰ ਦੋ ਸੰਖਿਆਵਾਂ ਦਾ ਮੰਮਾ ਸੱਸਾ ਵਾਵਾ ਕੀ ਹੈ 40 ਹੈ, ਤਾਂ ਕਿਹੜਾ ਲੱਲਾ ਸੱਸਾ ਵਾਵਾ ਜਿਹੜਾ ਹੈ ਉਹ ਨਹੀਂ ਹੋ ਸਕਦਾ। ਸੋ ਪਹਿਲਾਂ ਗੱਲ ਕਰਦੇ ਹਾਂ ਮੰਮਾ ਸੱਸੇ ਵਾਵੇ ਦੀ। ਸੋ ਮੰਮਾ ਸੱਸਾ ਵਾਵਾ ਕੀ ਹੈ, ਮਹੱਤਮ ਸਮਵਰਤਕ HCF, ਹਾਈਐਸਟ ਕਾਮਨ ਫੈਕਟਰ, ਸਭ ਤੋਂ ਵੱਡਾ, ਇਸ ਤੋਂ ਵੱਡਾ ਕੋਈ ਹੋਰ ਕਾਮਨ ਫੈਕਟਰ ਨਹੀਂ ਹੋ ਸਕਦਾ, 40 ਤੋਂ ਵੱਡਾ ਨਹੀਂ ਹੋ ਸਕਦਾ। ਦੂਸਰਾ ਕੀ ਹੈ ਸਾਡੇ ਪਾਸ, LCM, ਲੱਲਾ ਸੱਸਾ ਵਾਵਾ, ਲੀਸਟ ਕਾਮਨ ਮਲਟੀਪਲ, ਲੀਸਟ, ਇਸ ਤੋਂ ਛੋਟਾ ਨਹੀਂ ਹੋ ਸਕਦਾ। ਸੋ ਸਾਡੇ ਪਾਸ ਮੰਮਾ ਸੱਸਾ ਵਾਵਾ ਕੀ ਹੈ 40 ਹੈ, ਹਾਈਐਸਟ ਕਾਮਨ ਫੈਕਟਰ ਜਿਹੜਾ ਸਾਡਾ ਕੀ ਹੈ ਮੰਮਾ ਸੱਸਾ ਵਾਵਾ ਕੀ ਹੈ 40। ਸੋ ਜੋ LCM ਹੈ ਉਹ ਸਾਡਾ 40 ਤੋਂ ਛੋਟਾ ਨਹੀਂ ਹੋ ਸਕਦਾ, ਘੱਟੋ ਘੱਟ 40 ਜਾਂ 40 ਤੋਂ ਜ਼ਿਆਦਾ। ਮਲਟੀਪਲ ਜਿਹੜਾ ਗੁਣਾਂਕ ਹੁੰਦਾ ਹੈ ਉਹ ਹਮੇਸ਼ਾ ਜਿਹੜਾ ਹੈ ਉਹ ਵੱਡੇ ਹੁੰਦੇ ਨੇ। ਸੋ ਸਾਡੇ ਪਾਸ ਇੱਕ ਹੀ ਨੰਬਰ ਜਿਹੜਾ ਹੈ 40 ਤੋਂ ਛੋਟਾ ਹੈ, ਉਹ ਕੀ ਹੈ 20। ਸੋ ਸਾਡੀ ਰਾਈਟ ਆਪਸ਼ਨ ਕੀ ਹੈ 20। ਇਹ LCM ਜਿਹੜਾ ਹੈ ਲੀਸਟ ਕਾਮਨ ਮਲਟੀਪਲ ਨਹੀਂ ਹੋ ਸਕਦਾ। ਕਿਉਂ? ਕਿਉਂਕਿ ਇਹ HCF ਤੋਂ ਛੋਟਾ ਹੈ। ਕੁਐਸਚਨ ਨੰਬਰ 15 ਜਿਹੜਾ ਹੈ ਇਹਦੇ ਵਿੱਚ ਕਈ ਕੰਸੈਪਟ ਯੂਜ਼ ਹੁੰਦੇ ਨੇ। ਸੋ ਕੁਐਸਚਨ ਕੀ ਹੈ, PA ਅਤੇ PB ਦੋ ਸਪਰਸ਼ ਰੇਖਾਵਾਂ ਹਨ। ਸੋ PA ਅਤੇ PB ਦੋ ਸਪਰਸ਼ ਰੇਖਾਵਾਂ ਨੇ। ਸੋ ਅਸੀਂ ਪੜ੍ਹਿਆ ਕਿ ਬਾਹਰੀ ਬਿੰਦੂ ਤੋਂ ਸਪਰਸ਼ ਰੇਖਾਵਾਂ ਦੀ ਜਿਹੜੀ ਲੰਬਾਈ ਹੁੰਦੀ ਹੈ ਉਹ ਕੀ ਹੁੰਦੀ ਹੈ, ਬਰਾਬਰ ਹੁੰਦੀ ਹੈ। ਸੋ ਜੇ PA 9 ਹੈ ਤਾਂ PB ਵੀ ਕਿੰਨੀ ਹੋਏਗੀ, 9 ਹੋਏਗੀ। ਭਾਵ ਜੋ ਸਾਡੀ ਤ੍ਰਿਭੁਜ APB ਹੈ ਇਹ ਕੀ ਬਣ ਗਈ, ਸਮ ਦੋ ਭੁਜੀ। ਇੱਥੇ ਤੱਕ ਸਾਨੂੰ ਪਤਾ ਲੱਗਿਆ ਕਿ ਸਮ ਦੋ ਭੁਜੀ ਹੈ। ਸੋ ਫਰਦਰ ਅਸੀਂ ਕੀ ਕਰਦੇ ਹਾਂ ਕਿ ਜੋ ਦੋ ਭੁਜੀ ਹੈ, ਸਮ ਦੋ ਭੁਜੀ ਸਾਡੀ ਟਰਾਈਐਂਗਲ ਹੈ, ਇਹਦੀਆਂ ਜਿਹੜੀਆਂ ਬਰਾਬਰ ਭੁਜਾਵਾਂ ਨੇ ਇਹਨਾਂ ਦੇ ਜੋ ਸਾਹਮਣੇ ਕੋਣ ਹੈ, ਸਨਮੁਖ ਕੋਣ ਹੈ AP ਦੇ ਸਨਮੁਖ ਕੋਣ ਕੀ ਹੈ, ਕੋਣ B। ਇਸੇ ਤਰ੍ਹਾਂ BP ਦੇ ਸਨਮੁਖ ਕੋਣ ਕੀ ਹੈ, A। ਸੋ ਕੋਣ A ਬਰਾਬਰ ਹੋਏਗਾ ਕੋਣ B ਦੇ। ਸਾਨੂੰ ਪਤਾ ਹੈ ਤ੍ਰਿਭੁਜ ਦੇ ਤਿੰਨੇ ਕੋਣਾਂ ਦਾ ਜੋੜ ਕਿੰਨਾ ਹੁੰਦਾ ਹੈ, 180। ਸੋ ਭਾਵ ਕੋਣ A ਜਮਾ ਕੋਣ B ਜਮਾ ਕੋਣ P ਮਿਲ ਕੇ ਕਿੰਨਾ ਬਣਾਉਣਾ ਚਾਹੀਦਾ, 180 ਬਣਨਾ ਚਾਹੀਦਾ ਇਹਨਾਂ ਨੂੰ। ਸੋ A ਅਤੇ B ਬਰਾਬਰ ਨੇ, ਇਹਨਾਂ ਲਈ ਅਸੀਂ X ਲੈ ਲੈਂਦੇ ਹਾਂ, ਦੋਨੋਂ ਬਰਾਬਰ ਨੇ। ਅਤੇ C ਸਾਡੇ ਪਾਸ, P ਸਾਡੇ ਪਾਸ ਕਿੰਨਾ ਹੈ 60, ਤਿੰਨਾਂ ਨੂੰ ਮਿਲ ਕੇ ਕਿੰਨਾ ਬਣਨਾ ਚਾਹੀਦਾ 180। ਭਾਵ X + X ਇਹ ਹੋ ਗਿਆ ਸਾਡੇ ਪਾਸ 2X। 60 ਨੂੰ ਅਸੀਂ ਉਸ ਸਾਈਡ ਜਾ ਕੇ ਮਾਈਨਸ ਕਰ ਦਿੰਦੇ ਹਾਂ। ਸੋ 180 - 60 is 120। ਸੋ 2 ਤੇ ਇਹ ਕੈਂਸਲ ਆਊਟ ਹੋ ਜਾਏਗਾ। ਸੋ X ਸਾਡੇ ਪਾਸ ਕਿੰਨਾ ਆ ਗਿਆ 60। ਭਾਵ ਕੋਣ A ਵੀ ਸਾਡਾ 60 ਡਿਗਰੀ ਹੈ ਅਤੇ ਕੋਣ B ਵੀ ਸਾਡਾ 60 ਡਿਗਰੀ ਹੈ। ਤਾਂ ਜਦੋਂ ਤਿੰਨੋਂ ਕੋਣ 60 ਡਿਗਰੀ ਦੇ ਹੋ ਗਏ, ਕੋਣ A, ਕੋਣ B, ਕੋਣ P, ਤਾਂ ਇਹ ਸਾਡੀ ਤ੍ਰਿਭੁਜ ਬਣ ਗਈ ਸਮਭੁਜੀ ਤ੍ਰਿਭੁਜ, ਸਮਭੁਜੀ ਤ੍ਰਿਭੁਜ। ਸੋ ਜਿਹੜੀ ਸਮਭੁਜੀ ਤ੍ਰਿਭੁਜ ਹੈ ਉਸ ਦੀਆਂ ਤਿੰਨੇ ਭੁਜਾਵਾਂ ਕੀ ਹੁੰਦੀਆਂ ਨੇ, ਬਰਾਬਰ। ਸੋ ਜੇਕਰ ਦੋ ਭੁਜਾਵਾਂ 9 ਨੇ ਤਾਂ ਤੀਸਰੀ ਭੁਜਾ ਵੀ ਕੀ ਹੋਏਗੀ, 9 ਸੈਂਟੀਮੀਟਰ ਹੋਏਗੀ। ਸੋ ਸਾਨੂੰ ਇਹੀ ਪੁੱਛਿਆ ਗਿਆ ਕਿ AB ਕਿੰਨੀ ਹੋਏਗੀ। ਸੋ ਸਾਡੀ AB ਵੀ ਕਿੰਨੀ ਹੋਈ, 9 ਸੈਂਟੀਮੀਟਰ। ਸਾਡੀ ਰਾਈਟ ਆਪਸ਼ਨ ਕੀ ਹੈ, ਆਪਸ਼ਨ D। ਕੁਐਸਚਨ ਨੰਬਰ 16 ਇਹ ਵੀ ਸਪਰਸ਼ ਰੇਖਾਵਾਂ 'ਤੇ ਆਧਾਰਿਤ ਹੈ। ਬਿੰਦੂ O ਸਾਡਾ ਕੇਂਦਰ ਹੈ, P ਬਾਹਰੀ ਬਿੰਦੂ ਤੋਂ ਦੋ ਸਪਰਸ਼ ਰੇਖਾਵਾਂ ਖਿੱਚੀਆਂ ਗਈਆਂ ਨੇ, PA ਅਤੇ PB, ਅਤੇ ਕੋਣ ਜੋ APB ਹੈ ਉਹ ਹੈ ਸਾਡੇ ਪਾਸ 80 ਡਿਗਰੀ ਦਾ। ਤਾਂ ਸਾਨੂੰ ਪੁੱਛਿਆ ਗਿਆ ਹੈ ਕੋਣ POA, ਇਹ ਵਾਲਾ ਕੋਣ ਪੁੱਛਿਆ ਗਿਆ ਸਾਨੂੰ। ਸੋ ਜੇਕਰ ਅਸੀਂ ਗੱਲ ਕਰੀਏ ਤਾਂ ਸ਼ਾਰਟਕਟ ਅਸੀਂ ਯੂਜ਼ ਕਰ ਲੈਂਦੇ ਹਾਂ, ਕਿਉਂਕਿ ਜਿਹੜੀ ਬਾਹਰ ਤੋਂ ਬਿੰਦੂ ਤੋਂ ਜਿਹੜੀ ਲੰਬਾਈ ਹੁੰਦੀ ਹੈ ਉਹ ਕੀ ਹੁੰਦੀ ਹੈ, ਬਰਾਬਰ ਹੁੰਦੀ ਹੈ। ਸੋ ਇਹ ਦੋਨੇ ਅਰਧ ਵਿਆਸ ਨੇ ਅਤੇ ਜੋ ਅਰਧ ਵਿਆਸ ਨੇ ਉਹ 90 ਦਾ ਕੋਣ ਬਣਾਉਂਦੇ ਨੇ। ਸੋ ਇਹ ਦੋਨੇ ਤ੍ਰਿਭੁਜਾਂ ਜਿਹੜੀਆਂ ਨੇ ਸਰਬੰਗ ਸਮ ਨੇ, ਭਾਵ ਇਹ ਵਾਲੇ ਜਿਹੜੇ ਕੋਣ ਨੇ ਇੱਕ ਦੂਸਰੇ ਦੇ ਬਰਾਬਰ ਹੁੰਦੇ ਨੇ। ਸੋ
ਕੋਣ ਏ ਪੀ ਓ ਅਤੇ ਕੋਣ ਓ ਪੀ ਬੀ ਦੋਨੇ ਕਿੰਨੇ ਦੇ ਨੇ 40 40। ਸੋ ਜਿਹੜੀ ਇਹ ਵਾਲੀ ਤ੍ਰਿਭੁਜ ਹੈ ਸਾਡੇ ਪਾਸ ਤ੍ਰਿਭੁਜ ਏ ਓ ਪੀ, ਇਹਦੇ ਵਿੱਚ ਸਾਨੂੰ ਕੋਣ ਪੁੱਛਿਆ ਗਿਆ। ਇਹਦੇ ਤਿੰਨੇ ਕੋਣਾਂ ਦਾ ਜੋੜ ਕਿੰਨਾ ਹੋਣਾ ਚਾਹੀਦਾ 180। ਇੱਕ ਸਾਡੇ ਪਾਸ 40 ਹੈ ਜੋ ਪੀ ਦੇ ਉੱਪਰ ਬਣਿਆ ਹੋਇਆ, ਇਹ ਸਾਡੇ ਪਾਸ ਲੰਬ ਹੈ ਭਾਵ ਇਹ 90 ਦਾ ਕੋਣ ਹੈ। ਸੋ ਦੋਨਾਂ ਨੂੰ ਮਿਲ ਕੇ ਬਣ ਗਿਆ 130। ਬਣਾਉਣਾ ਅਸੀਂ ਕਿੰਨਾ ਤ੍ਰਿਭੁਜ ਦੇ ਤਿੰਨੇ ਕੋਣਾਂ ਦਾ ਜੋੜ ਕਿੰਨਾ ਹੁੰਦਾ 180। ਸੋ 130 ਸਾਡੇ ਪਾਸ ਹੈ ਅਤੇ ਟੋਟਲ ਸਾਨੂੰ ਕਿੰਨਾ ਚਾਹੀਦਾ 180 ਡਿਗਰੀ ਚਾਹੀਦਾ ਹੈ। ਸੋ ਕਿੰਨੇ ਦਾ ਡਿਫਰੈਂਸ ਇਹਨਾਂ ਦੇ ਵਿੱਚ 50 ਡਿਗਰੀ ਦਾ। ਸੋ ਕੋਣ ਪੀ ਓ ਏ ਇਹ ਵਾਲਾ ਕੋਣ ਜਿਹੜਾ ਹੋਏਗਾ 50 ਡਿਗਰੀ ਦਾ ਹੋਏਗਾ। ਸੋ ਰਾਈਟ ਆਪਸ਼ਨ ਕੀ ਹੈ ਆਪਸ਼ਨ ਡੀ। ਕੁਐਸਚਨ ਨੰਬਰ 17 ਵੱਲ ਚੱਲਦੇ ਹਾਂ। ਇਹ ਬੜਾ ਈਜ਼ੀ ਹੈ। ਕਿਹੜੀ ਏ ਪੀ ਨਹੀਂ ਹੈ ਅੰਕ ਗਣਿਤਕ ਲੜੀ ਨਹੀਂ ਹੈ। ਸੋ ਫਸਟ ਅਕਸਰ ਬੱਚੇ ਫਸਟ ਨੂੰ ਕਹਿੰਦੇ ਨੇ ਕਿ ਇਹ ਅੰਕ ਗਣਿਤਕ ਲੜੀ ਨਹੀਂ ਹੈ, ਬਟ ਇਹ ਅੰਕ ਗਣਿਤਕ ਲੜੀ ਹੈ ਕਿਉਂਕਿ ਇਹਦੇ ਵਿੱਚ ਸਾਰਿਆਂ ਦੇ ਵਿੱਚ ਜਿਹੜਾ ਡਿਫਰੈਂਸ ਹੈ ਉਹ ਕੌਂਸਟੈਂਟ ਹੈ, 0 ਹੈ। 2 + 0 = 2, 2 + 0 = 2, 2 + 0 = 2। ਸੋ ਕਾਮਨ ਡਿਫਰੈਂਸ ਕੀ ਹੈ ਸਾਡੇ ਪਾਸ ਇੱਥੇ 0। ਨੈਕਸਟ ਜਿਹੜੀ ਹੈ ਸਾਡੇ ਪਾਸ 10 ਦੇ ਵਿੱਚੋਂ 3 ਗਏ 7, 7 ਦੇ ਵਿੱਚੋਂ 3 ਗਏ 4, ਇਹ ਵੀ ਅੰਕ ਗਣਿਤਕ ਲੜੀ ਹੈਗੀ ਹੈ। ਆਪਸ਼ਨ ਸੀ 23 ਦੇ ਵਿੱਚੋਂ 2 ਗਏ 21, 21 ਦੇ ਵਿੱਚੋਂ 3 ਗਏ 18, ਇੱਥੇ ਥੋੜ੍ਹੀ ਗੜਬੜ ਹੈ। 23 ਘਟਾਓ 21, ਇਹਨਾਂ ਦੇ ਵਿੱਚ ਅੰਤਰ ਕਿੰਨੇ ਦਾ 2 ਦਾ ਹੈ, ਚਾਹੇ 21 - 23 ਕਰ ਲਈਏ ਆਪਾਂ, ਇਹ ਘਟ ਰਿਹਾ ਹੈ। ਅਤੇ ਅੱਗੇ ਜਿਹੜਾ 21 ਅਤੇ 18 ਹੈ ਉਹਨਾਂ ਦੇ ਵਿੱਚ ਅੰਤਰ ਕਿੰਨੇ ਦਾ ਹੈ 3 ਦਾ ਹੈ। ਸੋ ਇਹ ਜਿਹੜੀ ਹੈ ਅੰਕ ਗਣਿਤਕ ਲੜੀ ਨਹੀਂ ਹੈ। ਕੁਐਸਚਨ ਨੰਬਰ 18, ਇਹਨਾਂ ਵਿੱਚੋਂ ਕਿਹੜੀ ਸੰਖਿਆ ਪਰਿਮੇਯ ਸੰਖਿਆ ਨਹੀਂ ਹੈ ਵਿਚ ਇਜ਼ ਨਾਟ ਅ ਰੈਸ਼ਨਲ ਨੰਬਰ। ਸੋ ਰੈਸ਼ਨਲ ਨੰਬਰ ਕਿਸ ਫੋਰਮ ਦੇ ਵਿੱਚ ਹੁੰਦੇ ਨੇ P/Q ਫੋਰਮ। ਸੋ ਇਹ P/Q ਹੈ, ਇਹ ਤਾਂ ਰੈਸ਼ਨਲ ਹੈ। ਇਸੇ ਤਰ੍ਹਾਂ ਜਦੋਂ ਅਸੀਂ ਕਿਸੇ ਵੀ ਪਰਿਮੇਯ ਸੰਖਿਆ ਦਾ ਦਸ਼ਮਲਵ ਰੂਪ ਲਿਖਦੇ ਹਾਂ ਤਾਂ ਦੇ 2 ਕਿਸਮਾਂ ਆਉਂਦੀਆਂ ਨੇ। ਪਹਿਲੀ ਸ਼ਾਂਤ, ਫਸਟ ਜਿਹੜੀ ਸਾਡੇ ਪਾਸ ਟਾਈਪ ਹੈ ਸ਼ਾਂਤ। ਦੂਸਰੀ ਹੁੰਦੀ ਹੈ ਅਸ਼ਾਂਤ ਆਵਰਤੀ, ਭਾਵ ਜੋ ਸਾਡਾ ਡੈਸੀਮਲ ਪਾਰਟ ਹੈ ਉਹ ਅਸ਼ਾਂਤ ਤਾਂ ਹੁੰਦਾ ਹੈ ਬਟ ਰਿਪੀਟ ਕਰਦਾ, ਰੈਪੀਟੇਸ਼ਨ ਹੁੰਦੀ ਹੈ। ਬਟ ਜੋ ਸਾਡੇ ਪਾਸ ਇਹ ਵਾਲਾ ਫਸਟ ਪਾਰਟ ਹੈ ਇਹਦੇ ਵਿੱਚ ਸਾਡਾ ਜਿਹੜਾ ਫਸਟ ਪਾਰਟ ਹੈ ਇਹਦੇ ਵਿੱਚ ਇਹ ਸ਼ਾਂਤ ਹੈ। ਸੋ ਇਹ ਕੀ ਹੋਏਗਾ ਪਰਿਮੇਯ। ਬਟ ਜੋ ਸਾਡੀ ਇਹ ਵਾਲੀ ਕੰਡੀਸ਼ਨ ਹੈ ਸੈਕਿੰਡ ਕੁਐਸਚਨ ਜਿਹੜਾ ਇਹਦੇ ਵਿੱਚ ਇਹ ਜੋ ਦਸ਼ਮਲਵ ਰੂਪ ਹੈ ਜਾਂ ਪਾਰਟ ਹੈ ਉਹ ਅਸ਼ਾਂਤ ਵੀ ਹੈ ਅਤੇ ਅਣਆਵਰਤੀ ਹੈ। ਰਿਪੀਟ ਜਿਹੜਾ ਹੈ ਉਹ ਨਹੀਂ ਹੋ ਰਿਹਾ, ਭਾਵ ਇਹ ਇਰਰੈਸ਼ਨਲ ਹੈ, ਅਪਰਿਮੇਯ। ਸੋ ਸਾਡੇ ਪਾਸ ਰਾਈਟ ਆਪਸ਼ਨ ਕੀ ਹੋਏਗੀ ਆਪਸ਼ਨ ਬੀ। ਇਹ ਜਿਹੜੀ ਹੈ ਰੈਸ਼ਨਲ ਨਹੀਂ ਹੈ, ਪਰਿਮੇਯ ਨਹੀਂ ਹੈ। ਕੀ ਹੈ ਇੱਕ ਅਪਰਿਮੇਯ ਸੰਖਿਆ ਹੈ। ਕੁਐਸਚਨ ਨੰਬਰ 19, ਪਹਿਲੀਆਂ 10 ਪ੍ਰਕਿਰਤਿਕ ਸੰਖਿਆਵਾਂ ਦਾ ਜੋੜ ਪੁੱਛਿਆ ਗਿਆ। ਸੋ 1 ਤੋਂ ਲੈ ਕੇ ਅਸੀਂ ਜੋੜਨਾ ਹੈ 10 ਤੱਕ, ਕਿਸੇ ਵੀ ਤਰ੍ਹਾਂ ਨਾਲ ਜੋੜ ਸਕਦੇ ਹਾਂ। ਵੈਸੇ ਪ੍ਰਕਿਰਤਿਕ ਸੰਖਿਆਵਾਂ ਦੇ ਜੋੜ ਦੇ ਲਈ ਫਾਰਮੂਲਾ ਹੈ n × n + 1/2। ਜੋ NTSC ਜਾਂ PSTSC ਦੀ ਤਿਆਰੀ ਕਰ ਰਹੇ ਨੇ ਉਹਨਾਂ ਨੂੰ ਇਹ ਫਾਰਮੂਲਾ ਡਾਇਰੈਕਟ ਯੂਜ਼ ਕਰਨਾ ਚਾਹੀਦਾ ਹੈ। ਸੋ ਸਾਡੇ ਪਾਸ 10 ਸੰਖਿਆਵਾਂ ਨੇ। ਸੋ 10 × 11/2 ਇਹ ਪਹਿਲੀਆਂ n ਪ੍ਰਕਿਰਤਿਕ ਸੰਖਿਆਵਾਂ ਦੇ ਲਈ ਹੈ। ਸੋ 2 'ਤੇ ਕੈਂਸਲ ਆਊਟ ਹੋ ਜਾਏਗਾ, 11 × 5 = 55। ਸੋ ਰਾਈਟ ਆਪਸ਼ਨ ਕੀ ਹੈ 55, ਆਪਸ਼ਨ ਸੀ। ਕੁਐਸਚਨ ਨੰਬਰ 20, ਕੁਐਸਚਨ ਨੰਬਰ 20 ਦੇ ਵਿੱਚ ਸਾਨੂੰ ਅੰਕ ਗਣਿਤਕ ਲੜੀ ਦਾ ਸਾਂਝਾ ਅੰਤਰ ਪਤਾ ਕਰਨ ਦੇ ਲਈ ਕਿਹਾ ਗਿਆ ਹੈ। ਸੋ ਸਾਡੇ ਪਾਸ ਇੱਕ ਰਿਲੇਸ਼ਨ ਗਿਵਨ ਹੈ, ਇੱਕ ਇਕੁਏਸ਼ਨ ਗਿਵਨ ਹੈ A10 - A8, ਭਾਵ 10ਵੇਂ ਪਦ ਦੇ ਵਿੱਚੋਂ 8ਵੇਂ ਪਦ ਨੂੰ ਘਟਾਉਣ 'ਤੇ ਸਾਨੂੰ 42 ਪ੍ਰਾਪਤ ਹੁੰਦਾ ਹੈ। ਸੋ ਜੇਕਰ ਮੈਂ ਲੜੀ ਦੀ ਗੱਲ ਕਰਾਂ ਤਾਂ ਲੜੀ ਸਾਡੇ ਪਾਸ ਹੁੰਦੀ ਹੈ A8, A9, A10। ਸੋ ਜਦੋਂ A8 ਤੋਂ A9 'ਤੇ ਜਾਂਦੇ ਹਾਂ ਅਸੀਂ ਇੱਥੇ ਇੱਕ D ਡਿਫਰੈਂਸ ਜਿਹੜਾ ਉਹ ਜੋੜਦੇ ਜਾਂ ਘਟਾਉਂਦੇ ਹਾਂ। ਇਸੇ ਤਰ੍ਹਾਂ ਇੱਥੇ ਇੱਕ D ਇੱਥੇ ਜੋ ਡਿਫਰੈਂਸ ਅਸੀਂ ਜੋੜਦੇ ਜਾਂ ਘਟਾਉਂਦੇ ਹਾਂ।
ਸੋ A10 ਅਤੇ A8 ਦੇ ਵਿਚਕਾਰ 2 ਡੀਆਂ ਦਾ ਫਰਕ ਹੈ, ਭਾਵ 2D। ਸੋ ਇਹ ਕਿਸ ਦੇ ਬਰਾਬਰ ਦਿੱਤਾ ਹੋਇਆ ਸਾਨੂੰ 42 ਦੇ। ਸੋ 2 ਕੈਂਸਲਸ ਆਊਟ। ਸੋ D ਸਾਡੇ ਪਾਸ ਕਿੰਨਾ ਆ ਗਿਆ 21। ਜੇਕਰ ਅਸੀਂ ਇਸ ਨੂੰ ਟਰਡੀਸ਼ਨਲ ਮੈਥਡ ਦੇ ਨਾਲ ਹੱਲ ਕਰੀਏ, A10 ਜੋ ਸਾਡੀ ਟਰਮ ਹੈ, ਇਸ ਨੂੰ ਅਸੀਂ ਕਿਸ ਤਰ੍ਹਾਂ ਡਿਨੋਟ ਕਰਦੇ ਹਾਂ, A + 9D ਮਾਈਨਸ A8 ਨੂੰ ਅਸੀਂ ਲਿਖਦੇ ਹਾਂ A + 7D, ਜੋ N ਹੈ ਉਸ ਤੋਂ ਇੱਕ ਘੱਟ D। ਸੋ ਇਹਨੂੰ ਅਸੀਂ ਜੋ ਬਰੈਕਟ ਹੈ ਸਾਡੀ, ਅਸੀਂ ਇਸ ਨੂੰ ਓਪਨ ਅਪ ਕਰ ਲੈਂਦੇ ਹਾਂ। ਬਾਹਰ ਨੈਗੇਟਿਵ ਸਾਈਨ ਹੈ ਤਾਂ ਅੰਦਰ ਵਾਲੇ ਸਾਰੇ ਸਾਈਨ ਕੀ ਹੋ ਜਾਣਗੇ, ਚੇਂਜ ਹੋ ਜਾਣਗੇ। ਸੋ ਇਹ ਕੈਂਸਲਸ ਆਊਟ। 9D - 7D ਕੀ ਆਏਗਾ ਸਾਡੇ ਪਾਸ 2D। ਸੋ ਇਹਨਾਂ ਦੋਨਾਂ ਦਾ ਜਿਹੜਾ ਡਿਫਰੈਂਸ ਹੈ ਸਾਨੂੰ ਕਿੰਨਾ ਦਿੱਤਾ ਹੈ 42। ਸੋ 2 ਕੈਂਸਲਸ ਆਊਟ। ਸੋ D ਸਾਡੇ ਪਾਸ ਕੀ ਆ ਜਾਏਗਾ 21। ਇਸ ਤਰ੍ਹਾਂ ਵੀ ਅਸੀਂ ਸੋਲਵ ਕਰ ਸਕਦੇ ਹਾਂ। ਸੋ ਸਾਡੀ ਰਾਈਟ ਆਪਸ਼ਨ ਕੀ ਹੋਏਗੀ, ਆਪਸ਼ਨ D 21। ਉਮੀਦ ਹੈ ਤੁਹਾਡੇ ਜਿਹੜੇ ਡਾਊਟਸ ਹੋਣਗੇ ਇਹਨਾਂ ਕੁਐਸਚਨਸ ਦੇ ਰਿਗਾਰਡਿੰਗ ਕਲੀਅਰ ਹੋਏ ਹੋਣਗੇ। ਜੇਕਰ ਫਿਰ ਵੀ ਤੁਹਾਡੀ ਕੋਈ ਕੁਐਰੀ ਹੈ, ਕੋਈ ਡਾਊਟ ਹੈ, ਤਾਂ ਤੁਸੀਂ ਕੌਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਕੌਮੈਂਟ ਕਰ ਸਕਦੇ ਹੋ, ਆਪਣੀ ਈਮੇਲ ID ਛੱਡ ਸਕਦੇ ਹੋ। ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੀ ਈਮੇਲ ID ਦੇ ਉੱਪਰ ਰਿਵਰਟ ਕਰਨ ਦੀ।